ਇੱਕ ਤਾਂ ਪਹਿਲਾਂ ਹੀ ਜਲੰਧਰ ਸ਼ਹਿਰ ਰੈੱਡ ਜ਼ੋਨ ਦੇ ਵਿੱਚ ਚੱਲ ਰਿਹਾ ਹੈ। ਉੱਤੋਂ ਦੀ ਜਲੰਧਰ ਸਿਵਲ ਹਸਪਤਾਲ ਦੀ ਇੱਕ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਜ਼ਿਕਰ ਖਾਸ ਹੈ ਕਿ ਮੰਗਲਵਾਰ ਨੂੰ ਕੋਰੋਨਾ ਪੋਜ਼ਿਟਿਵ ਮਰੀਜ਼ ਦੀ ਰਿਪੋਰਟ ਨੂੰ ਨੈਗੇਟਿਵ ਦੱਸ ਕੇ ਉਸ ਨੂੰ ਸਿਹਤ ਵਿਭਾਗ ਦੇ ਵੱਲੋਂ ਹਸਪਤਾਲ ਤੋਂ ਘਰ ਵਾਪਸ ਭੇਜ ਦਿੱਤਾ ਗਿਆ, ਪਰ ਦੇਰ ਰਾਤ ਉਸ ਨੂੰ ਫੋਨ ਕਰਕੇ ਵਾਪਸ ਬੁਲਾ ਲਿਆ ਗਿਆ। ਉਸ ਨੂੰ ਕਿਹਾ ਗਿਆ ਕਿ ਤੁਹਾਡੀ ਰਿਪੋਰਟ ਫਿਰ ਤੋਂ ਪੋਜ਼ਿਟਿਵ ਆਈ ਸੀ, ਗਲਤੀ ਦੇ ਨਾਲ ਤੁਹਾਨੂੰ ਨੈਗੇਟਿਵ ਦੱਸ ਕੇ ਘਰ ਭੇਜ ਦਿੱਤਾ ਗਿਆ ਹੈ। ਜ਼ਿਕਰ ਖਾਸ ਹੈ ਕਿ ਇੱਥੇ ਘਬਰਾਉਣ ਵਾਲੀ ਗੱਲ ਇਹ ਹੈ ਕਿ ਉਹ ਨੌਜਵਾਨ ਘਰ ਜਾ ਕੇ ਹੋਰ ਕਿੰਨੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਸੰਪਰਕ ਦੇ ਵਿੱਚ ਆਇਆ ਹੋਵੇਗਾ, ਜਦਕਿ ਜਲੰਧਰ ਸ਼ਹਿਰ ਪਹਿਲਾਂ ਹੀ ਰੈੱਡ ਜ਼ੋਨ ਦੇ ਵਿੱਚ ਹੈ। ਸਟਾਫ ਨਰਸਾਂ, ਦਰਜਾ 4 ਕਰਮਚਾਰੀ ਤੇ ਸਫਾਈ ਕਰਮਚਾਰੀਆਂ ਦੀ ਮਿਹਨਤ ਸਦਕਾ ਕੁੱਲ 10 ਮਰੀਜ਼ ਕੋਰੋਨਾ ਬਿਮਾਰੀ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਵੇਲੇ ਸਿਵਲ ਹਸਪਤਾਲ ਜਲੰਧਰ ਵਿੱਚ ਕੁੱਲ 67 ਮਰੀਜ਼ ਜੇਰੇ ਇਲਾਜ ਹਨ, ਜਿਨ੍ਹਾਂ ਦੀ ਦੇਖਭਾਲ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ ਅਤੇ ਛੇਤੀ ਮੈਂ ਵਾਹਿਗੁਰੂ ਦੀ ਮਿਹਰ ਸਦਕਾ ਇਹ ਵੀ ਠੀਕ ਹੋ ਜਾਣਗੇ। ਕੋਰੋਨਾ ਖਿਲਾਫ ਜੰਗ ਵਜੋਂ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਅਸੀਂ ਕੋਰੋਨਾ ਖਿਲਾਫ ਜੰਗ ਨੂੰ ਜ਼ਰੂਰ ਜਿੱਤਾਂਗੇ। ਜੈ ਹਿੰਦ। ਜਿਹੜਾ ਕੱਲ ਸਾਹਮਣੇ ਆਇਆ ਕੇਸ ਨੂੰ ਭੇਜ ਦਿੱਤਾ ਗਿਆ ਸੀ, ਵਾਪਸ ਬੁਲਾਇਆ ਗਿਆ ਉਹਨੂੰ, ਕੀ ਇਹ ਸਾਰਾ? ਸਰ, ਮੈਂ ਤੁਹਾਨੂੰ ਹੁਣੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਕਿ ਮੇਰੇ ਨੌਲੇਜ ਵੀ ਆਇਆ, ਮੈਂ ਇਹਦੀ ਇਨਕੁਆਇਰੀ ਮਾਰਕ ਕਰ ਦਿੱਤੀ ਹੈ। ਇਨਕੁਆਇਰੀ ਹੋ ਕੇ ਰਿਪੋਰਟ ਆ ਜਾਏਗੀ ਤੇ ਉਹਦੇ ਹਿਸਾਬ ਨਾਲ ਜੇ ਕਿਸੇ ਦੀ ਇਹਦੇ ਵਿੱਚ ਅਣਗਹਿਲੀ ਜਾਂ ਲਾਪਰਵਾਹੀ ਨਜ਼ਰ ਆਉਂਦੀ ਹੈ ਤਾਂ ਉਹਦੇ ਤੇ ਜਿਹੜੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ। ਮੈਡਮ, ਜਿਸ ਤਰ੍ਹਾਂ ਉਹ ਲੜਕਾ ਆਪਣੇ ਮਹੱਲੇ 'ਚ ਗਿਆ, ਬਾਈਕ ਤੇ ਘੁੰਮ ਰਿਹਾ ਸੀ, ਤੇ ਉਹ ਵੀ ਲੋਕਾਂ ਨੂੰ ਹੁਣ ਜਿਹੜਾ ਹੈ ਸੈਂਪਲਿੰਗ ਲਈ ਬੁਲਾਇਆ ਜਾਏਗਾ। ਉਸ ਮਹੱਲੇ 'ਚ ਆਲਰੇਡੀ ਸਰਵੇ ਚੱਲ ਰਿਹਾ, ਸੋ ਸਾਡੀਆਂ ਟੀਮਾਂ ਜਿਹੜੀਆਂ ਉਹਨਾਂ ਦੇ ਮਹੱਲੇ 'ਚ ਜਾਣਗੀਆਂ। ਪਹਿਲੇ ਮੈਂ ਇਹ ਵੀ ਲੋਕਾਂ ਨੂੰ ਕਵਾਂਗੇ ਵੀ ਜਦ ਉਸ ਮਹੱਲੇ ਦੀ ਕੰਪਲੀਟ ਕੰਟੇਨਮੈਂਟ ਹੋਈ ਹੈ, ਇੱਕ ਵੀ ਬੰਦੇ ਨੇ ਬਾਹਰ ਨਹੀਂ ਆਣਾ, ਤਾਂ ਉਹ ਸਾਰੇ ਬੰਦੇ ਬਾਹਰ ਕਿਉਂ ਘੁੰਮ ਰਹੇ ਸੀ? ਉਹਨਾਂ ਸਾਰਿਆਂ ਤੇ FIR ਲੌਜ ਹੋਣੀ ਚਾਹੀਦੀ ਹੈ। ਉਸ ਬੰਦੇ ਤੇ ਵੀ ਜਿਹੜਾ ਬਾਈਕ ਲੈ ਕੇ ਉੱਥੇ ਘੁੰਮ ਰਿਹਾ, ਉਹਦੇ ਤੇ ਵੀ FIR ਲੌਜ ਹੋਣੀ ਚਾਹੀਦੀ ਕਿ ਜਦ ਸਭ ਨੂੰ ਪਤਾ ਹੈ। ਹੁਣ ਇਹ ਗੱਲ ਕੋਈ ਕਿਸੇ ਨੂੰ ਸਪੈਸ਼ਲ ਦੱਸਣ ਦੀ ਲੋੜ ਨਹੀਂ, ਐਵਰੀਬਾਡੀ ਨੋਜ਼ ਕਿ ਜਿਹਨੂੰ ਇੱਥੋਂ ਛੁੱਟੀ ਮਿਲਦੀ ਹੈ ਨੈਗੇਟਿਵ ਹੋ ਕੇ ਵੀ, ਉਹਨੇ ਫਿਰ ਵੀ 14 ਦਿਨ ਆਪਣੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ। ਜੇ ਉਹ ਨਿਕਲ ਰਿਹਾ ਹੈਗਾ ਬਾਈਕ ਤੇ ਉਹ ਗੇੜੀਆਂ ਮਾਰ ਰਿਹਾ ਤੇ ਬਾਕੀ ਉਹਦੇ ਦੋਸਤ ਉਹਦੇ ਤੇ ਫੁੱਲਾਂ ਦੀ ਵਰਖਾ ਕਰਦੇ ਪਏ ਘਰਾਂ ਤੋਂ ਬਾਹਰ, ਤਾਂ ਇਹ ਸਭ ਦੇ ਉੱਤੇ FIR ਲੌਜ ਹੋਣੀ ਚਾਹੀਦੀ। ਜਨਤਾ ਦੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਨਤਾ ਨੂੰ ਇਹੀ ਵੀ ਜੋ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਹੈਲਥ ਡਿਪਾਰਟਮੈਂਟ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਉਹ ਸਾਡੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਉਹ ਇਨਸਟਰਕਸ਼ਨਸ ਨੂੰ ਫੋਲੋ ਕਰੋ। ਇਹ ਮਜ਼ਾਕ ਨਹੀਂ ਹੈਗਾ ਜਿਹੜਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਆਪਣੇ ਘਰਾਂ ਦੇ ਅੰਦਰ ਰਹੋ, ਇਹਦਾ ਕੋਈ ਨਾ ਕੋਈ ਮਤਲਬ ਹੈਗਾ। ਜੇ ਉਹਨਾਂ ਨੂੰ ਪਤਾ ਵੀ ਹੈ ਕਿ ਹਾਂ ਉਹ ਨੈਗੇਟਿਵ, ਜੇ ਉਹਨਾਂ ਨੇ ਉਹਨੂੰ ਨੈਗੇਟਿਵ ਵੀ ਸਮਝ ਲਿਆ, ਫਿਰ ਵੀ ਉਹ ਆਪਣੇ ਘਰਾਂ ਚੋਂ ਬਾਹਰ ਕਿਉਂ ਆਏ ਜਦ ਕਿ ਉਹਨਾਂ ਨੂੰ ਅਲਾਉਡ ਨਹੀਂ ਸੀ? ਔਰ ਇਹਨਾਂ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ, ਉਹ ਪੁਲਿਸ ਡਿਪਾਰਟਮੈਂਟ ਵੱਲੋਂ ਡੈਫੀਨੇਟਲੀ ਉਹਨਾਂ ਤੇ FIR ਲੌਜ ਕਰਾਈ ਜਾਏਗੀ ਤਾਂ ਕਿ ਇਹ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗੇ। ਜਦ ਕਿ ਲੋਕਾਂ ਨੂੰ ਚਾਹੀਦਾ ਕਿ ਖੁਦ ਇਸ ਚੀਜ਼ ਨੂੰ ਸਮਝਣ, ਨਾ ਕਿ ਡੰਡੇ ਦੇ ਜ਼ੋਰ ਤੇ ਕੋਈ ਕੰਮ ਨਾ ਕਰਨ, ਵਿਲਿੰਗਲੀ ਕਰਨ ਵੀ ਹਾਂ ਅਸੀਂ ਖੁਦ ਇੱਕ ਸੁਸਾਇਟੀ ਦਾ ਪਾਰਟ ਹੈਗੇ ਹਾਂ, ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਤੇ ਆਪਣਾ ਹਿੱਸਾ ਉਹਦੇ ਵਿੱਚ ਪਾਉਣਾ। ਜਦ ਤੱਕ ਹਰ ਜਨਤਾ ਦਾ ਇੱਕ ਬੰਦਾ ਆਪਣਾ ਹਿੱਸਾ ਨਹੀਂ ਪਾਉਂਦਾ, ਅਸੀਂ ਇਹ ਜੰਗ ਨਹੀਂ ਜਿੱਤ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ TV NRI ਜਲੰਧਰ ਤੋਂ ਨਿਸ਼ਾ ਸ਼ਰਮਾ ਦੇ ਨਾਲ। ਤੇ ਕਰੋਨਾ ਵਾਇਰਸ ਦੀ ਜਿਸ ਮਾਰ ਨੂੰ ਪੂਰਾ ਦੇਸ਼ ਇਸ ਵੇਲੇ ਸਹਿ ਰਿਹਾ ਹੈ, ਉਸ ਦੇ ਨਾਲ ਲੜ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਹੋਵੇ ਚਾਹੇ ਡਾਕਟਰ ਹੋਵੇ, ਆਪਣਾ ਪੂਰਾ ਵਾਹ ਲਾ ਕੇ ਇਸ ਤੋਂ ਨਿਜਾਤ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੈ। ਲੇਕਿਨ ਜਲੰਧਰ ਤੋਂ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ, ਸਿਵਲ ਹਸਪੀਟਲ ਦਾ ਵੱਡਾ ਕਾਰਨਾਮਾ ਜਿਹੜਾ ਇੱਕ ਸਾਹਮਣੇ ਆਇਆ ਹੈ। ਕਹਿੰਦੇ ਆ ਕਿ ਥੋੜੀ ਜਿੰਨੀ ਅਗਰ ਕਾਮਯਾਬੀ ਕਿਸੇ ਨੂੰ ਮਿਲਦੀ ਹੈ ਤੇ ਉਹ ਸ਼ਾਇਦ ਉਹ ਕਿਸੇ ਦੇ ਸਿਰ ਦੇ ਉੱਤੇ ਚੜ੍ਹ ਕੇ ਹੀ ਬੋਲਦੀ ਹੈ, ਤੇ ਉਸ ਕਹਾਵਤ ਨੂੰ ਸੱਚ ਕਰਦਾ ਹੋਇਆ ਸਿਵਲ ਹਸਪੀਟਲ ਦਾ ਜਿਹੜਾ ਸਿਸਟਮ ਉਹ ਨਜ਼ਰ ਆ ਰਿਹਾ ਹੈ। ਜੀ ਹਾਂ, ਮੰਗਲਵਾਰ ਦੀ ਸ਼ਾਮ ਜਿਹੜੇ ਮਰੀਜ਼ ਨੂੰ ਸਹੀ ਠੀਕ ਘੋਸ਼ਿਤ ਕਰਕੇ ਘਰ ਭੇਜ ਦਿੱਤਾ ਗਿਆ ਸੀਗਾ, ਉਸ ਮਰੀਜ਼ ਨੂੰ ਦੁਬਾਰਾ ਅੱਜ ਵਾਪਸ ਬੁਲਾ ਲਿਆ ਗਿਆ ਹੈ। ਡਾਕਟਰਾਂ ਦੀ ਅਣਗਹਿਲੀ ਜਿਹੜੀ ਸਾਹਮਣੇ ਆ ਰਹੀ ਹੈ, ਉਹ ਅਣਗਹਿਲੀ ਹੈਗੀ ਹੈ ਕਿ ਰਿਪੋਰਟ ਜਿਹੜੀ ਉਹ ਠੀਕ ਕਹਿ ਕੇ ਉਹਨੂੰ ਘਰ ਭੇਜ ਦਿੱਤਾ ਗਿਆ। ਲੇਕਿਨ ਚਿੰਤਾ ਦਾ ਵਿਸ਼ੇ ਹੁਣ ਇਹ ਹੈ ਕਿ ਉਹ ਮਰੀਜ਼ ਜਦੋਂ ਘਰ ਜਾ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਹੈ, ਬਹੁਤ ਜ਼ਿਆਦਾ ਆਪਣੇ ਜਿਹੜੇ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਹੋਵੇਗਾ ਕਿ ਉਹ ਵੀ ਹੁਣ ਸਹੀ ਨਿਕਲਣਗੇ ਜਾਂ ਉਹ ਵੀ ਉਸ ਦੇ ਨਾਲ ਇਫੈਕਟ ਹੋ ਜਾਣਗੇ। ਜੀ ਹਾਂ, ਜਿੱਥੇ ਜਲੰਧਰ ਨੂੰ ਰੈੱਡ ਜ਼ੋਨ ਦੇ ਵਿੱਚ
ਲਿਆਇਆ ਗਿਆ ਹੈ, ਰੈੱਡ ਜ਼ੋਨ ਦੇ ਵਿੱਚ ਘੋਸ਼ਿਤ ਕੀਤਾ ਗਿਆ ਹੈ, ਉਸ ਜਲੰਧਰ ਦੇ ਵਿੱਚ ਮਾਮਲੇ ਕੰਟਰੋਲ ਹੋਣ ਦੇ ਬਜਾਏ ਹੁਣ ਜ਼ਿਆਦਾ ਵੱਧਦੇ ਹੋਏ ਨਜ਼ਰ ਆ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਜਿਹੜੇ ਮਾਮਲੇ ਪਹਿਲੇ ਕਰੋਨਾ ਦੇ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਆਏ ਸੀ ਉਸ ਦੇ ਨਾਲ ਹੀ ਇਫੈਕਟਡ ਜਿਹੜੇ ਕੇਸ ਹੈ ਉਹ ਬਾਰ-ਬਾਰ ਨਿਕਲ ਕੇ ਆ ਰਹੇ ਹੈ, ਉਸ ਦੇ ਨਾਲ ਹੁਣ ਇਜ਼ਾਫਾ ਹੋਰ ਵੱਧਦਾ ਹੋਇਆ ਨਜ਼ਰ ਆ ਰਿਹਾ। ਪ੍ਰਸ਼ਾਸਨ ਦੀ ਅਣਗਹਿਲੀ ਇਹਨੂੰ ਕਵਾਂਗੇ ਜਾਂ ਇਹਨੂੰ ਅਸੀਂ ਡਾਕਟਰ ਦੀ ਅਣਗਹਿਲੀ ਕਵਾਂਗੇ? ਡਾਕਟਰਾਂ ਦੀ ਅਣਗਹਿਲੀ ਹੀ ਇਸ ਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਡਾਕਟਰਾਂ ਨੇ ਜਿਸ ਨੂੰ ਸਹੀ ਘੋਸ਼ਿਤ ਕਰਕੇ ਮੰਗਲਵਾਰ ਦੀ ਸ਼ਾਮ ਨੂੰ ਭੇਜ ਦਿੱਤਾ ਸੀਗਾ ਘਰ, ਉਸ ਦੇ ਵਿੱਚ ਇੰਨੀ ਵੱਡੀ ਅਣਗਹਿਲੀ ਜਿਹੜੇ ਡਾਕਟਰਾਂ ਦੀ ਉਸ ਦੀ ਉਮੀਦ ਕਿਸੇ ਨੂੰ ਨਹੀਂ ਸੀ। ਤੇ ਇਸ ਦੇ ਨਾਲ ਹੁਣ ਕਿੰਨੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਪ੍ਰਸ਼ਾਸਨ ਨੂੰ ਵੀ ਕਰਨਾ ਪਏਗਾ, ਜਿੱਥੇ ਪ੍ਰਸ਼ਾਸਨ ਇਸ ਵੇਲੇ ਪੂਰਾ ਵਾਹ ਲਾ ਕੇ ਸਭ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰੀ ਹੋਣ ਜਾਂ ਕੋਈ ਲੀਡਰ ਹੋਣ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਭ ਦਾ ਇਸ ਵੇਲੇ ਪੂਰਾ ਦਾ ਪੂਰਾ ਵਾਹ ਜਿਹੜਾ ਹੈ ਉਹ ਲੋਕਾਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਲੱਗਿਆ ਹੈ। ਉੱਥੇ ਹੀ ਪ੍ਰਸ਼ਾਸਨ ਦੇ ਨਾਲ ਐਡਾ ਵੱਡਾ ਖਿਲਵਾੜ ਹਸਪੀਟਲ ਦੇ ਰਾਹੀਂ ਕੀਤਾ ਗਿਆ ਹੈ। ਹਸਪੀਟਲ ਦੀ ਇੰਨੀ ਵੱਡੀ ਅਣਗਹਿਲੀ ਜਿਹੜੀ ਹੈ ਉਹ ਕਿੱਥੇ ਤੱਕ